Good night, New York. An incredibly ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਕਹਾਣੀ ਨਾਈਟਮੇਅਰ ਐਟ 30,000 ਫੀਟ ਫਿਲਮ ਦੀ ਹੈ। ਕਹਾਣੀ ਦੀ ਸ਼ੁਰੂਆਤ ਇੱਕ ਬਹੁਤ ਭੀੜ ਭੜੱਕੇ ਵਾਲੇ 에ਅਰਪੋਰਟ ਤੋਂ ਹੁੰਦੀ ਹੈ ਤੇ ਫਿਰ ਇੱਕ ਆਦਮੀ ਨੂੰ ਦਿਖਾਇਆ ਜਾਂਦਾ ਹੈ ਜਿਸ ਦਾ ਨਾਮ ਹੈ ਜਸਟਿਨ ਸੰਡਰਸਨ। ਇਹ ਹਮੇਸ਼ਾ ਨਰਵਸ ਹੀ ਰਹਿੰਦਾ ਹੈ। ਸਿਕਿਉਰਿਟੀ ਦੀ ਚੈਕਿੰਗ ਦੇ ਦੌਰਾਨ ਵੀ ਇਹ ਘਬਰਾਇਆ ਹੁੰਦਾ ਹੈ, ਹਾਲਾਂਕਿ ਇਸ ਦੇ ਕੋਲ ਡਰਨ ਵਾਲੀ ਐਸੀ ਕੋਈ ਚੀਜ਼ ਵੀ ਨਹੀਂ ਸੀ। ਤੇ ਫਿਰ ਉਹ ਸ਼ੈੱਲ ਤੇ ਕੁਝ ਕਿਤਾਬਾਂ ਨੂੰ ਦੇਖਦਾ ਹੈ। ਇਨ੍ਹਾਂ ਕਿਤਾਬਾਂ ਦਾ ਲੇਖਕ ਜਸਟਿਨ ਹੀ ਹੁੰਦਾ ਹੈ। ਉਹ ਇੱਕ ਇਨਵੈਸਟੀਗੇਸ਼ਨ ਜਰਨਲਿਸਟ ਹੈ। ਫਿਰ ਉਹ ਇੱਕ ਕਿਤਾਬ ਚੁੱਕਣ ਲੱਗਦਾ ਹੈ ਤਾਂ ਕੋਈ ਦੂਸਰਾ ਆਦਮੀ ਉਸ ਕਿਤਾਬ ਨੂੰ ਪਹਿਲਾਂ ਹੀ ਚੁੱਕ ਲੈਂਦਾ ਹੈ। ਉਹ ਜਸਟਿਨ ਨੂੰ ਪਹਿਚਾਣ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਹੀ ਤਾਂ ਇਸ ਬੁੱਕ ਦੇ ਰਾਈਟਰ ਹੋ। ਮੈंने ਟੀਵੀ 'ਤੇ ਤੁਹਾਡੇ ਬਹੁਤ ਸਾਰੇ ਇੰਟਰਵਿਊ ਦੇਖੇ ਨੇ। ਜਸਟਿਨ ਹਾਂ 'ਚ ਜਵਾਬ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਹ ਬੁੱਕ ਤੁਸੀਂ ਹੀ ਲੈ ਲਓ, ਮੈਂ ਕੋਈ ਦੂਜੀ ਬੁੱਕ ਲੈ ਲਵਾਂਗਾ। ਤੇ ਫਿਰ ਜਸਟਿਨ ਉਸ ਨੂੰ ਖੁਸ਼ ਹੋ ਕੇ ਬੁੱਕ ਦਿੰਦਾ ਹੈ ਤੇ ਉਸ ਬੁੱਕ 'ਤੇ ਆਪਣਾ ਆਟੋਗ੍ਰਾਫ ਵੀ ਦਿੰਦਾ ਹੈ। ਉਸ ਦੇ ਜਾਣ ਤੋਂ ਬਾਅਦ ਜਸਟਿਨ ਇੱਕ ਅਨਾਉਂਸਮੈਂਟ ਸੁਣਦਾ ਹੈ ਕਿ ਉਸ ਦੀ ਫਲਾਈਟ ਜਿਸ ਦਾ ਨੰਬਰ 10:15 ਹੈ ਉਹ ਡਿਲੇ ਹੋ ਗਈ ਹੈ। ਉਸਨੇ 9:30 ਤੇ ਚੱਲਣਾ ਸੀ ਪਰ ਹੁਣ ਉਹ 10:15 ਤੇ ਚੱਲੇਗੀ। ਯਾਦ ਰੱਖਿਓ ਕਿ ਫਲਾਈਟ 10:15 ਤੇ ਹੀ ਟੇਕ ਆਫ ਹੋਏਗੀ, ਮਤਲਬ ਕਿ 10:15 ਤੇ। ਉਹ ਟੈਨਸ਼ਨ 'ਚ ਆ ਕੇ ਆਪਣੀ ਵਾਈਫ ਨੂੰ ਕਾਲ ਕਰਕੇ ਕਹਿੰਦਾ ਹੈ ਕਿ ਇਤਫਾਕ ਤਾਂ ਦੇਖ, ਫਲਾਈਟ ਦਾ ਨੰਬਰ 10:15 ਤੇ ਟੇਕ ਆਫ ਹੋਣ ਦਾ ਸਮਾਂ ਵੀ 10:15 ਹੈ ਤੇ ਅੱਜ ਸਾਲ ਦਾ 10ਵਾਂ ਮਹੀਨਾ ਯਾਨੀ ਕਿ ਅਕਤੂਬਰ 15 ਵੀ ਹੈ। ਅੱਜ ਪੱਕਾ ਕੋਈ ਅਜੀਬ ਗੱਲ ਹੋਏਗੀ। ਉਸ ਦੀ ਵਾਈਫ ਉਸ ਨੂੰ ਸ਼ਾਂਤ ਕਰਦੇ ਹੋਏ ਕਹਿੰਦੀ ਹੈ ਕਿ ਆਪਣੇ ਥੈਰੇਪਿਸਟ ਦੀ ਗੱਲ ਨੂੰ ਯਾਦ ਕਰ, ਪਾਸਟ ਦਾ ਨਾ ਸੋਚ, ਕਿਉਂਕਿ ਪਾਸਟ ਇਜ਼ ਪਾਸਟ। ਸ਼ਾਇਦ ਜਸਟਿਨ ਦੇ ਪਾਸਟ ਵਿੱਚ ਕੁਝ ਅਜਿਹਾ ਹੋਇਆ ਹੋਵੇਗਾ ਜਿਸ ਕਾਰਨ ਉਹ ਇੰਨਾ ਡਰਿਆ ਹੋਇਆ ਰਹਿਣ ਲੱਗ ਗਿਆ। ਪਾਸਟ ਇਜ਼ ਪਾਸਟ, ਪਾਸਟ ਇਜ਼ ਪਾਸਟ ਕਰਕੇ ਜਸਟਿਨ ਰਿਪੀਟ ਕਰਦਾ ਰਹਿੰਦਾ ਹੈ ਤੇ ਫਿਰ ਉਹ ਕੁਝ ਸ਼ਾਂਤ ਮਹਿਸੂਸ ਕਰਦਾ ਹੈ। ਤੇ ਫਿਰ ਫਲਾਈਟ ਦਾ ਸਮਾਂ ਹੋ ਜਾਂਦਾ ਹੈ। ਇੱਕ ਪਰਿਵਾਰ ਦੇ ਮੈਂਬਰਾਂ ਨੂੰ ਅਲੱਗ-ਅਲੱਗ ਸੀਟਾਂ ਮਿਲੀਆਂ ਹੁੰਦੀਆਂ ਨੇ ਪਰ ਉਹ ਇਕੱਠੇ ਬੈਠਣਾ ਚਾਹੁੰਦੇ ਸੀ। ਉਸ ਆਦਮੀ ਦੇ ਨਾਲ ਵਾਲੀ ਸੀਟ ਜਸਟਿਨ ਦੀ ਹੁੰਦੀ ਹੈ। ਜਸਟਿਨ ਕਹਿੰਦਾ ਹੈ ਕਿ ਮੈਂ ਆਪਣੀ ਸੀਟ ਚੇਂਜ ਕਰ ਲੈਂਦਾ ਹਾਂ, ਤੁਸੀਂ ਆਪਣੀ ਵਾਈਫ ਦੇ ਨਾਲ ਬੈਠ ਜਾਓ। ਇਹ ਕਹਿ ਕੇ ਉਹ ਜਹਾਜ਼ ਦੇ ਇੰਜਣ ਮਤਲਬ ਕਿ ਵਿੰਗਸ ਦੇ ਨਾਲ ਵਾਲੀ ਸੀਟ ਤੇ ਸ਼ਿਫਟ ਹੋ ਜਾਂਦਾ ਹੈ। ਇਸ ਫਲਾਈਟ 'ਚ ਇੰਡੀਅਨ, ਰਸ਼ੀਅਨ, ਅਮਰੀਕਨ ਤੇ ਹੋਰ ਵੀ ਕਈ ਦੇਸ਼ਾਂ ਦੇ ਯਾਤਰੀ ਹੁੰਦੇ ਨੇ। ਤੇ ਫਿਰ ਜਸਟਿਨ ਉਸੇ ਆਦਮੀ ਨੂੰ ਦੇਖਦਾ ਹੈ ਜਿਸ ਨੂੰ ਉਸਨੇ ਬੁੱਕ ਦਿੱਤੀ ਸੀ, ਜਿਸ ਦਾ ਨਾਮ ਜੋਏ ਹੁੰਦਾ ਹੈ। ਤੇ ਫਿਰ ਇੱਕ ਹੱਟਾ-ਕੱਟਾ ਆਦਮੀ ਜਸਟਿਨ ਦੇ ਨਾਲ ਵਾਲੀ ਸੀਟ ਤੇ ਬੈਠ ਜਾਂਦਾ ਹੈ। ਜਿਵੇਂ ਹੀ ਫਲਾਈਟ ਟੇਕ ਆਫ ਹੋਣ ਲੱਗਦੀ ਹੈ, ਖੁਦ ਨੂੰ ਡਿਸਟਰੈਕਟ ਕਰਨ ਲਈ ਉਸ ਸੀਟ ਦੇ ਪਾਊਚ 'ਚ ਕੁਝ ਮੈਗਜ਼ੀਨਾਂ ਲੱਭਣ ਲੱਗ ਜਾਂਦਾ ਹੈ ਪਰ ਉਸ ਨੂੰ ਮੈਗਜ਼ੀਨਾਂ ਦੇ ਵਿੱਚ ਇੱਕ ਪੁਰਾਣਾ MP3 ਮਿਲਦਾ ਹੈ। ਇਹ ਸੋਚ ਕੇ ਕਿ ਇਹ ਕਿਸ ਦਾ ਹੋਵੇਗਾ, ਉਹ ਉਸ ਨੂੰ ਦੇਖਣ ਲੱਗ ਜਾਂਦਾ ਹੈ ਤੇ ਉਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿਉਂਕਿ ਡਿਸਪਲੇ ਤੇ ਲਿਖਿਆ ਹੁੰਦਾ ਹੈ ਦ ਟ੍ਰੈਜਿਕ ਮਿਸਟਰੀ ਆਫ ਫਲਾਈਟ 1050। ਉਸ 'ਚ ਇੱਕ ਪੋਡਕਾਸਟ ਚੱਲ ਰਿਹਾ ਹੁੰਦਾ ਹੈ ਜਿਸ 'ਚ ਨਰੇਟਰ ਦੱਸਦਾ ਹੈ ਕਿ ਫਲਾਈਟ ਨੰਬਰ 1050 ਕਿਵੇਂ ਗਾਇਬ ਹੋ ਗਈ। ਪਹਿਲਾਂ ਤਾਂ ਜਸਟਿਨ ਬਹੁਤ ਘਬਰਾ ਜਾਂਦਾ ਹੈ ਤੇ ਫਿਰ ਸੋਚਦਾ ਹੈ ਕਿ ਕਿਤੇ ਕੋਈ ਇਹ 에ਅਰਲਾਈਨ ਵਾਲਿਆਂ ਦਾ ਕੋਈ ਬੇਹੂਦਾ ਮਜ਼ਾਕ ਤਾਂ ਨਹੀਂ। ਉਸ ਪੋਡਕਾਸਟ 'ਚ ਨਰੇਟਰ ਦੱਸਦਾ ਹੈ ਕਿ ਉਸ ਰਾਤ ਫਲਾਈਟ ਨੰਬਰ 1050 ਮਤਲਬ ਕਿ ਫਲਾਈਟ ਨੰਬਰ 10:15 ਦੇਰ ਨਾਲ ਟੇਕ ਆਫ ਹੋਈ। ਬਾਹਰ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਅੰਦਰ 에ਅਰ ਹੋਸਟੇਸ ਸੁਰੱਖਿਆ ਹਦਾਇਤਾਂ ਦੇ ਰਹੀ ਸੀ ਪਰ ਫਲਾਈਟ ਦੇ ਯਾਤਰੀ ਇਹ ਨਹੀਂ ਸੀ ਜਾਣਦੇ ਕਿ ਕੁਝ ਦੇਰ ਬਾਅਦ ਫਲਾਈਟ 10:15 ਸਮੁੰਦਰ ਦੀ ਗੋਦ 'ਚ ਸਮਾਉਣ ਵਾਲੀ ਹੈ। ਸੱਚਮੁੱਚ ਹੀ ਉਸ ਫਲਾਈਟ ਦੀ 에ਅਰ ਹੋਸਟੇਜ ਸੁਰੱਖਿਆ ਹਦਾਇਤਾਂ ਦੇ ਰਹੀ ਸੀ। ਜਸਟਿਨ ਘਬਰਾ ਕੇ ਵਿੰਡੋ ਸ਼ਟਰ ਖੋਲ੍ਹਦਾ ਹੈ ਤਾਂ ਸੱਚਮੁੱਚ ਹੀ ਬੱਦਲ ਗਰਜ ਰਹੇ ਹੁੰਦੇ ਨੇ ਤੇ ਤੇਜ਼ ਬਾਰਿਸ਼ ਹੋ ਰਹੀ ਹੁੰਦੀ ਹੈ ਤੇ ਇਸੀ ਸਥਿਤੀ 'ਚ ਫਲਾਈਟ ਟੇਕ ਆਫ ਹੋ ਜਾਂਦੀ ਹੈ। ਇਹ ਸਭ ਦੇਖ ਕੇ ਜਸਟਿਨ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਫਿਰ ਉਹ ਪੋਡਕਾਸਟ ਨੂੰ ਇੱਕ ਕਹਾਣੀ ਸਮਝ ਕੇ ਦੁਬਾਰਾ ਸੁਣਨ ਲੱਗਦਾ ਹੈ ਤੇ ਨਰੇਟਰ ਦੱਸਦਾ ਹੈ ਕਿ ਫਲਾਈਟ ਦੇ ਕੈਪਟਨ ਦਾ ਨਾਮ ਸੀ ਡੈਂਜਲ। ਤੇ ਜਸਟਿਨ ਘਬਰਾ ਕੇ ਨਾਲ ਦੇ ਯਾਤਰੀ ਨੂੰ ਪੁੱਛਦਾ ਹੈ ਕਿ ਪਾਇਲਟ ਦਾ ਨਾਮ ਕੀ ਹੈ। ਉਹ ਆਦਮੀ ਚੜ ਜਾਂਦਾ ਹੈ ਕਿ ਮੈਨੂੰ ਨੀਂਦ ਤੋਂ ਕਿਉਂ ਜਗਾਇਆ। ਜਦੋਂ ਜਸਟਿਨ ਉਸ ਨੂੰ ਪੋਡਕਾਸਟ ਬਾਰੇ ਦੱਸਦਾ ਹੈ ਤਾਂ ਉਹ ਆਦਮੀ ਉਸ ਨੂੰ ਪਾਗਲ ਸਮਝ ਕੇ ਦੂਜੀ ਸੀਟ ਤੇ ਚਲਾ ਜਾਂਦਾ ਹੈ। ਦੂਜੀ ਸੀਟ ਤੇ ਹੁੱਡੀ ਪਾ ਕੇ ਬੈਠੀ ਹੋਈ ਔਰਤ ਜਸਟਿਨ ਨੂੰ ਦੇਖ ਕੇ ਹੱਸਦੀ ਹੈ ਤੇ ਪੁੱਛਦੀ ਹੈ ਕਿ ਉਸਨੇ ਉਸ ਆਦਮੀ ਨੂੰ ਕਿਉਂ ਭਜਾ ਦਿੱਤਾ ਤਾਂ ਜਸਟਿਨ ਸਿਰਫ ਇੱਕ ਸਮਾਈਲ 'ਚ ਜਵਾਬ ਦਿੰਦਾ ਹੈ। ਉਹ ਕਨਫਿਊਜ਼ ਹੋ ਜਾਂਦਾ ਹੈ ਕਿ ਪੋਡਕਾਸਟ ਨੂੰ ਅੱਗੇ ਸੁਣਨਾ ਚਾਹੀਦਾ ਹੈ ਜਾਂ ਨਹੀਂ। ਮੈਂ ਕੁਝ ਜ਼ਿਆਦਾ ਹੀ ਡਰ ਰਿਹਾ ਹਾਂ, ਇਹ ਸੋਚ ਕੇ ਉਹ ਪੋਡਕਾਸਟ ਨੂੰ ਫੇਰ ਸੁਣਨ ਲੱਗ ਜਾਂਦਾ ਹੈ ਤੇ ਨਰੇਟਰ ਦੱਸਦਾ ਹੈ ਕਿ 10:21 ਤੇ ਇੱਕ ਪੰਛੀ ਜਹਾਜ਼ ਦੇ ਇੰਜਨ ਨਾਲ ਟਕਰਾ ਜਾਵੇਗਾ ਤੇ ਫਿਰ ਸਹੀ 10:21 ਤੇ ਇੱਕ ਪੰਛੀ ਇੰਜਨ ਨਾਲ ਟਕਰਾ ਜਾਂਦਾ ਹੈ ਤੇ ਇੱਕ ਸਪਾਰਕ ਦਿਖਾਈ ਦਿੰਦੀ ਹੈ। ਜਸਟਿਨ ਘਬਰਾ ਕੇ ਹੈੱਡਫੋਨ ਲਾ ਕੇ ਸੁੱਟ ਦਿੰਦਾ ਹੈ ਤੇ ਵਾਸ਼ਰੂਮ 'ਚ ਜਾ ਕੇ ਮੂੰਹ ਧੋ ਕੇ ਵਾਪਸ ਆਉਂਦਾ ਹੈ। ਪਾਸਟ ਇਜ਼ ਪਾਸਟ, ਇਹ ਸਿਰਫ ਮੇਰੀ ਇੱਕ ਇਮੇਜਿਨੇਸ਼ਨ ਹੈ, ਇਹ ਸੋਚ ਕੇ ਉਹ ਦਿਮਾਗ ਨੂੰ ਸ਼ਾਂਤ ਕਰਦਾ ਹੈ। ਬਹੁਤ ਕੋਸ਼ਿਸ਼ ਤੋਂ ਬਾਅਦ ਵੀ ਉਸਦੀ ਕਸ਼ਮਕਸ਼ ਖਤਮ ਨਹੀਂ ਹੁੰਦੀ। ਉਹ ਲਗਾਤਾਰ 에ਅਰ ਹੋਸਟੇਸ ਨੂੰ ਕਾਲ ਕਰਦਾ ਰਹਿੰਦਾ ਹੈ। ਤੰਗ ਆ ਕੇ ਕੈਬਿਨ ਕ੍ਰਿਊ ਦਾ ਇੱਕ ਮੈਂਬਰ ਉਸ ਨੂੰ ਚੇਤਾਵਨੀ ਦਿੰਦਾ ਹੈ। ਜਸਟਿਨ ਉਸ ਨੂੰ ਕਹਿੰਦਾ ਹੈ ਕਿ ਮੈਨੇ ਇੱਕ ਪੰਛੀ ਨੂੰ ਇੰਜਨ ਨਾਲ ਟਕਰਾਉਂਦੇ ਹੋਏ ਦੇਖਿਆ ਸੀ, ਇਸ ਇੰਜਨ 'ਚ ਜ਼ਰੂਰ ਕੋਈ ਪ੍ਰੋਬਲਮ ਹੈ। ਪਰ ਕ੍ਰਿਊ ਮੈਂਬਰ ਉਸ ਨੂੰ ਸਮਝਾਉਂਦਾ ਹੈ ਕਿ 30,000 ਫੁੱਟ ਦੀ ਉਚਾਈ ਤੇ ਕੋਈ ਪੰਛੀ ਨਹੀਂ ਹੁੰਦੇ ਸਰ।
ਤੁਸੀਂ ਦੂਸਰੇ ਯਾਤਰੀਆਂ ਨੂੰ ਨਾ ਡਰਾਓ, ਚੁੱਪਚਾਪ ਬਹਿ ਕੇ ਟ੍ਰਿਪ ਇੰਜੋਏ ਕਰੋ, ਨਹੀਂ ਤੁਹਾਡੇ ਤੇ ਸਖਤ ਐਕਸ਼ਨ ਲਿਆ ਜਾਵੇਗਾ। ਹੁੱਡੀ ਵਾਲੀ ਔਰਤ ਤੇ ਬਾਕੀ ਪੈਸੇਂਜਰਸ ਜਸਟਿਨ ਨੂੰ ਘੂਰਨ ਲੱਗ ਜਾਂਦੇ ਨੇ ਤੇ ਫਿਰ ਜਸਟਿਨ ਉਹਨਾਂ ਤੋਂ ਮਾਫੀ ਮੰਗਦਾ ਹੈ। ਕੈਬਿਨ ਕਰੂ ਚਲਾ ਜਾਂਦਾ ਹੈ ਪਰ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਕਿ ਉਹ ਪੰਛੀ ਹੀ ਸੀ। ਜਸਟਿਨ ਮੁੜ ਕੇ ਦੇਖਦਾ ਹੈ ਤਾਂ ਉਸਦੇ ਪਿੱਛੇ ਜੋਏ ਬੈਠਾ ਹੁੰਦਾ ਹੈ। ਉਹ ਦੱਸਦਾ ਹੈ ਕਿ ਮੈਨੇ ਵੀ ਦੇਖਿਆ ਸੀ ਕਿ ਕੋਈ ਪੰਛੀ ਇੰਜਨ ਨਾਲ ਟਕਰਾਇਆ ਹੈ। ਮੈਂ ਵੀ ਇੱਕ ਪਾਇਲਟ ਹੁੰਦਾ ਸੀ ਪਰ ਸ਼ਰਾਬ ਪੀ ਕੇ ਜਹਾਜ਼ ਚਲਾਉਣ ਕਾਰਨ ਮੇਰਾ ਲਾਇਸੈਂਸ ਰੱਦ ਕਰ ਦਿੱਤਾ ਸੀ। ਪਰ ਤੈਨੂੰ ਘਬਰਾਉਣ ਦੀ ਲੋੜ ਨਹੀਂ, ਇਸ ਫਲਾਈਟ ਦਾ ਇੰਜਨ ਪੰਛੀ ਦੇ ਟਕਰਾਉਣ ਨਾਲ ਬੰਦ ਨਹੀਂ ਹੋਵੇਗਾ। ਇਹ ਕਹਿ ਕੇ ਉਹ ਆਪਣੀ ਸੀਟ ਤੇ ਚਲਾ ਜਾਂਦਾ ਹੈ ਤੇ ਹੁਣ ਜਸਟਿਨ ਨੂੰ ਥੋੜਾ ਚੈਨ ਆਉਂਦਾ ਹੈ ਤੇ ਫਿਰ ਉਹ ਪੌਡਕਾਸਟ ਨੂੰ ਅੱਗੇ ਸੁਣਦਾ ਹੈ। ਨਰੇਟਰ ਉਸ ਨੂੰ ਦੱਸਦਾ ਹੈ ਕਿ ਸਹੀ 11:15 ਤੇ ਜਦੋਂ ਕੈਪਟਨ ਨੇ ਅਨਾਉਂਸ ਕੀਤਾ ਕਿ ਗੁੱਡ ਨਾਈਟ ਨਿਊਯਾਰਕ, ਉਸ ਤੋਂ ਬਾਅਦ ਫਲਾਈਟ ਅਸਮਾਨ ਤੋਂ ਗਾਇਬ ਹੋ ਗਈ। ਜਸਟਿਨ ਵੇਖਦਾ ਹੈ ਕਿ ਇਸ ਵਕਤ ਸਮਾਂ 10:30 ਹੋ ਰਹੇ ਹੁੰਦੇ ਨੇ। ਠੀਕ 45 ਮਿੰਟਾਂ ਬਾਅਦ ਫਲਾਈਟ ਗਾਇਬ ਹੋ ਜਾਏਗੀ ਤੇ ਸਮੁੰਦਰ 'ਚ ਸਮਾ ਜਾਏਗੀ। ਤੇ ਫਿਰ ਨਰੇਟਰ ਦੱਸਦਾ ਹੈ ਕਿ ਫਲਾਈਟ ਦੇ 117 ਯਾਤਰੀਆਂ ਦਾ ਕੁਝ ਨਹੀਂ ਪਤਾ ਲੱਗਿਆ, ਪਰ ਇਸ ਦੁਰਘਟਨਾ ਤੋਂ ਪਹਿਲਾਂ ਯਾਤਰੀ, ਕੈਬਿਨ ਕਰੂ ਜਾਂ ਪਾਇਲਟਸ ਨੂੰ ਖਤਰੇ ਦਾ ਕੋਈ ਨਾ ਕੋਈ ਸੰਕੇਤ ਤਾਂ ਜ਼ਰੂਰ ਨਜ਼ਰ ਆਇਆ ਹੋਵੇਗਾ। ਜੇ ਧਿਆਨ ਦਿੱਤਾ ਹੁੰਦਾ ਤਾਂ ਫਲਾਈਟ ਦੇ ਲੋਕ ਬਚਾਏ ਜਾ ਸਕਦੇ ਸੀ। ਇਹ ਸੁਣ ਕੇ ਜਸਟਿਨ ਸੋਚਦਾ ਹੈ ਕਿ ਇਹ ਪੋਡਕਾਸਟ ਮੈਨੂੰ ਯਾਤਰੀਆਂ ਨੂੰ ਬਚਾਉਣ ਦਾ ਸੰਕੇਤ ਦੇ ਰਿਹਾ ਹੈ। ਉਹ ਸੋਚਦਾ ਹੈ ਕਿ ਹੁਣ ਕੀ ਕਰਿਆ ਜਾਵੇ। ਇਸ ਫਲਾਈਟ 'ਚ ਹੋ ਰਹੀ ਛੋਟੀ ਤੋਂ ਛੋਟੀ ਮੂਵਮੈਂਟ ਨੂੰ ਉਹ ਗੌਰ ਨਾਲ ਦੇਖਦਾ ਹੈ ਤੇ ਸੋਚਦਾ ਹੈ ਕਿ ਫਲਾਈਟ ਨੂੰ ਕਿਵੇਂ ਬਚਾਇਆ ਜਾਵੇ। ਉਹ ਸੋਚਦਾ ਹੈ ਕਿ ਜੇਕਰ ਫਲਾਈਟ 'ਚ ਅੱਗ ਲੱਗ ਜਾਵੇ ਜਾਂ ਕਿਸੇ ਯਾਤਰੀ ਦੀ ਤਬੀਅਤ ਖਰਾਬ ਹੋ ਜਾਵੇ ਜਾਂ ਫਲਾਈਟ ਨੂੰ ਹਾਈਜੈਕ ਕਰ ਲਿਆ ਜਾਵੇ ਜਾਂ ਕਿਸੇ ਕਾਰਨ ਫਲਾਈਟ ਨੂੰ ਵਾਪਸ ਮੁੜਨਾ ਪਵੇ ਤਾਂ ਫਲਾਈਟ ਨੂੰ ਰੋਕਿਆ ਜਾਵੇਗਾ ਤੇ ਐਕਸੀਡੈਂਟ ਨਹੀਂ ਹੋਵੇਗਾ। ਇਹ ਸੋਚ ਕੇ ਜਸਟਿਨ ਇੱਕ ਨੋਟਬੁੱਕ ਤੇ ਸਾਰੀਆਂ ਗੱਲਾਂ ਨੋਟ ਕਰਨ ਲੱਗ ਜਾਂਦਾ ਹੈ ਤੇ ਫਿਰ ਨਰੇਟਰ ਦੱਸਦਾ ਹੈ ਕਿ ਯਾਤਰੀ ਪਾਇਲਟ ਦੇ ਕੈਬਿਨ ਦੀ ਮੂਵਮੈਂਟ ਨੂੰ ਦੇਖ ਸਕਦੇ ਸੀ। ਸ਼ਾਇਦ ਪਾਇਲਟਸ ਵਿੱਚ ਕੋਈ ਬਹਿਸ ਹੋਈ ਜਿਸ ਕਾਰਨ ਐਕਸੀਡੈਂਟ ਹੋ ਗਿਆ। ਜੇ ਯਾਤਰੀ ਤੇ ਕੈਬਿਨ ਕਰੂ ਸਤਰਕ ਰਹਿੰਦੇ ਤਾਂ ਉਹਨਾਂ ਨੂੰ ਰੋਕ ਸਕਦੇ ਸੀ। ਇਹ ਸੁਣ ਕੇ ਜਸਟਿਨ ਪਾਇਲਟ ਕੈਬਿਨ ਦੀ ਮੂਵਮੈਂਟ ਨੂੰ ਵੀ ਧਿਆਨ ਨਾਲ ਦੇਖਦਾ ਹੈ ਤੇ ਫਿਰ ਉਹ ਯਾਤਰੀਆਂ ਨੂੰ ਦੇਖਦਾ ਹੈ। ਦੋ ਇੰਡੀਅਨ ਫੋਨ ਤੇ ਆਫਲਾਈਨ ਵੀਡੀਓ ਦੇਖ ਰਹੇ ਹੁੰਦੇ ਨੇ ਪਰ ਜਸਟਿਨ ਉਹਨਾਂ ਨੂੰ ਵੀਡੀਓ ਬੰਦ ਕਰਨ ਲਈ ਕਹਿੰਦਾ ਹੈ, ਜਿਸ ਕਰਕੇ ਉਹਨਾਂ 'ਚ ਬਹਿਸ ਹੋ ਜਾਂਦੀ ਹੈ। ਏਅਰ ਹੋਸਟੇਸ ਉਸ ਨੂੰ ਸਮਝਾਉਂਦੀ ਹੈ ਕਿ ਉਹ ਆਫਲਾਈਨ ਵੀਡੀਓ ਦੇਖ ਰਹੇ ਨੇ, ਇਸ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ, ਤੁਸੀਂ ਪਲੀਜ਼ ਆਪਣੀ ਸੀਟ ਤੇ ਚਲੇ ਜਾਓ। ਇਸ ਤਰ੍ਹਾਂ ਫਲਾਈਟ ਦੇ ਸਾਰੇ ਯਾਤਰੀ ਜਸਟਿਨ ਤੋਂ ਤੰਗ ਆ ਗਏ ਸੀ ਤੇ ਉਸ ਨੂੰ ਪਾਗਲ ਸਮਝਦੇ ਨੇ। ਕੈਬਿਨ ਕਰੂ ਜਸਟਿਨ ਨੂੰ ਉਸ ਦੀ ਸੀਟ ਤੇ ਬਿਠਾ ਦਿੰਦੇ ਨੇ ਤੇ ਜਸਟਿਨ ਫਿਰ ਪੌਡਕਾਸਟ ਸੁਣਨ ਲੱਗ ਜਾਂਦਾ ਹੈ। ਫਿਰ ਨਰੇਟਰ ਉਸ ਨੂੰ ਦੱਸਦਾ ਹੈ ਕਿ ਫਲਾਈਟ 'ਚ 2 ਰਸ਼ੀਅਨ ਸੀ ਜਿਨ੍ਹਾਂ ਨੂੰ ਬਹੁਤ ਖਤਰਨਾਕ ਮਾਫੀਆ ਗੈਂਗ ਲੱਭ ਰਿਹਾ ਸੀ ਤੇ ਸਰਕਾਰ ਉਹਨਾਂ ਨੂੰ ਦੂਸਰੀ ਜਗ੍ਹਾ ਤੇ ਭੇਜ ਰਹੀ ਸੀ। ਸ਼ਾਇਦ ਉਹਨਾਂ ਕਰਕੇ ਕੋਈ ਪ੍ਰੋਬਲਮ ਹੋਈ ਹੋਵੇਗੀ। ਪਰ ਹਰ ਫਲਾਈਟ 'ਚ ਏਅਰ ਮਾਰਸ਼ਲ ਹੁੰਦੇ ਨੇ ਜੋ ਯਾਤਰੀਆਂ ਨਾਲ ਹੀ ਬੈਠੇ ਹੁੰਦੇ ਨੇ। ਉਹ ਐਸੀ ਹੀ ਖਤਰਨਾਕ ਸਥਿਤੀ 'ਚ ਫਲਾਈਟ ਦੇ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਦੇ ਨੇ। ਹੁਣ ਜਸਟਿਨ ਏਅਰ ਹੋਸਟਸ ਦੇ ਕੋਲ ਜਾ ਕੇ ਏਅਰ ਮਾਰਸ਼ਲ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਪਰ ਏਅਰ ਹੋਸਟਸ ਉਸ ਨੂੰ ਪਿਆਰ ਨਾਲ ਕਹਿੰਦੀ ਹੈ ਕਿ ਸਰ, ਫਲਾਈਟ ਦੇ 116 ਯਾਤਰੀ ਨੂੰ ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਹੀ ਸਾਨੂੰ ਪਰੇਸ਼ਾਨ ਕਰ ਰਹੇ ਹੋ। ਕੈਪਟਨ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਏਅਰ ਮਾਰਸ਼ਲ ਕੌਣ ਹੈ, ਮੈਂ ਵੀ ਨਹੀਂ। ਜਸਟਿਨ ਖੁਦ ਪਤਾ ਲਗਾਉਣ ਲਈ ਫਲਾਈਟ 'ਚ ਇੱਧਰ ਉੱਧਰ ਘੁੰਮਣ ਲੱਗਦਾ ਹੈ। ਆਖਰ 'ਚ ਉਹ ਜੋਈ ਕੋਲ ਜਾਂਦਾ ਹੈ। ਉਹ ਸੋਚਦਾ ਹੈ ਕਿ ਇਹ ਪਹਿਲਾਂ ਪਾਇਲਟ ਸੀ, ਸ਼ਾਇਦ ਇਹੀ ਏਅਰ ਮਾਰਸ਼ਲ ਹੋਵੇ। ਉਹ ਜੋਈ ਨੂੰ ਪੁੱਛਦਾ ਹੈ ਤਾਂ ਜੋਈ ਉਸ ਨੂੰ ਨਸ਼ੇ 'ਚ ਜਵਾਬ ਦਿੰਦਾ ਹੈ ਕਿ ਤੂੰ ਪਾਗਲ ਤਾਂ ਨਹੀਂ, ਮੇਰਾ ਤਾਂ ਲਾਇਸੈਂਸ ਕੈਂਸਲ ਹੋ ਗਿਆ, ਫਿਰ ਮੈਨੂੰ ਏਅਰ ਮਾਰਸ਼ਲ ਕਿਉਂ ਬਣਾਉਣਗੇ। ਤੇ ਫਿਰ ਜੋਈ ਉਸ ਨੂੰ ਸਲਾਹ ਦਿੰਦਾ ਹੈ ਕਿ ਜੇਕਰ ਮਾਰਸ਼ਲ ਦਾ ਪਤਾ ਲਗਾਉਣਾ ਹੈ ਤਾਂ ਪੁੱਛ-ਗਿੱਛ ਨਾਲ ਗੱਲ ਨਹੀਂ ਬਣਨੀ, ਤੂੰ ਖੁਦ ਕੋਈ ਪ੍ਰੋਬਲਮ ਕ੍ਰੀਏਟ ਕਰ ਤੇ ਏਅਰ ਮਾਰਸ਼ਲ ਖੁਦ ਤੈਨੂੰ ਅਰੈਸਟ ਕਰ ਲੈਣਗੇ। ਇਸ ਨਾਲ ਤੈਨੂੰ ਪਤਾ ਲੱਗ ਜਾਏਗਾ ਕਿ ਏਅਰ ਮਾਰਸ਼ਲ ਕੌਣ ਹੈ। ਜਸਟਿਨ ਨੂੰ ਯਾਦ ਆਉਂਦਾ ਹੈ ਕਿ ਨਰੇਟਰ ਨੇ ਕਿਸੇ 2 ਰਸ਼ੀਅਨਾਂ ਦੀ ਗੱਲ ਕੀਤੀ ਸੀ ਜੋ ਕਿਸੇ ਮਾਫੀਆ ਨਾਲ ਕਨੈਕਟਡ ਸੀ। ਉਹ ਫਲਾਈਟ 'ਚ ਸੋ ਰਹੇ 2 ਰਸ਼ੀਅਨਾਂ ਕੋਲ ਜਾਂਦਾ ਹੈ। ਉਹ ਉਹਨਾਂ ਦੇ ਬੈਗ ਨੂੰ ਚੈੱਕ ਕਰਦਾ ਹੈ ਕਿ ਕੋਈ ਹਥਿਆਰ ਵਗੈਰਾ ਤਾਂ ਨਹੀਂ। ਉਸੇ ਦੌਰਾਨ ਉਹਨਾਂ ਤੇ ਇੱਕ ਬੈਗ ਗਿਰ ਜਾਂਦਾ ਹੈ ਤੇ ਉਹ ਉੱਠ ਜਾਂਦੇ ਨੇ ਤੇ ਉਹ ਜਸਟਿਨ ਤੇ ਚਲਾਉਂਦੇ ਨੇ ਕਿ ਤੂੰ ਚੋਰੀ ਕਰ ਰਿਹਾ ਹੈ। ਏਅਰ ਹੋਸਟੇਸ ਤੰਗ ਆ ਕੇ ਇਸ ਸਥਿਤੀ ਨੂੰ ਵੀ ਪਿਆਰ ਨਾਲ ਹੈਂਡਲ ਕਰਦੀ ਹੈ। ਜਸਟਿਨ ਬਾਰ-ਬਾਰ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੈ ਕਿ ਫਲਾਈਟ ਕ੍ਰੈਸ਼ ਹੋ ਜਾਏਗੀ, ਗਾਇਬ ਹੋ ਜਾਏਗੀ, ਸਾਰੇ ਦੇ ਸਾਰੇ ਮਾਰੇ ਜਾਣਗੇ। ਤੇ ਹੁਣ ਕੈਪਟਨ ਖੁਦ ਬਾਹਰ ਆ ਕੇ ਜਸਟਿਨ ਨੂੰ ਕਹਿੰਦਾ ਹੈ ਕਿ ਇਸ ਫਲਾਈਟ 'ਚ ਕੋਈ ਪ੍ਰੋਬਲਮ ਨਹੀਂ, ਬਲਕਿ ਇਸ ਫਲਾਈਟ ਦੀ ਪ੍ਰੋਬਲਮ ਤੂੰ ਹੈ, ਚੁੱਪਚਾਪ ਆਪਣੀ ਸੀਟ ਤੇ ਬੈਠ ਜਾ, ਨਹੀਂ ਅਰੈਸਟ ਕਰਵਾ ਦੂੰਗਾ। ਜਸਟਿਨ ਦੇਖਦਾ ਹੈ ਕਿ ਕੁਝ ਪੈਸੇਂਜਰ ਆਪਣੇ ਫੋਨ ਤੇ ਉਸ ਦੀਆਂ ਗੱਲਾਂ ਰਿਕਾਰਡ ਕਰ ਰਹੇ ਹੁੰਦੇ ਨੇ। ਫਿਰ ਜਸਟਿਨ ਸੌਰੀ ਕਹਿੰਦਾ ਹੈ ਤੇ ਆਪਣੀ ਸੀਟ ਤੇ ਚਲਾ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਸੀਟ ਤੇ ਬੈਠਦਾ, ਪੌਡਕਾਸਟ ਤੇ ਇੱਕ ਗੱਲ ਦੱਸੀ ਜਾਂਦੀ ਹੈ ਕਿ ਫਲਾਈਟ 10:15 'ਚ ਇੱਕ ਇਨਵੈਸਟੀਗੇਸ਼ਨ ਜਰਨਲਿਸਟ ਵੀ ਸੀ ਜਿਸ ਦਾ ਨਾਮ ਸੀ ਜਸਟਿਨ ਸੰਡਰਸਨ। ਉਸਨੇ ਪੈਸੇਂਜਰਸ ਅਤੇ ਕਰੂ ਮੈਂਬਰਾਂ ਨੂੰ ਬਹੁਤ ਪਰੇਸ਼ਾਨ ਕਰਿਆ ਸੀ। ਯਾਤਰੀਆਂ ਨੇ ਉਸ ਦੀਆਂ ਗੱਲਾਂ ਫੋਨ ਤੇ ਰਿਕਾਰਡ ਕੀਤੀਆਂ ਤੇ ਨੈੱਟ ਤੇ ਅਪਲੋਡ ਕਰ ਦਿੱਤੀਆਂ। ਚਲੋ ਉਸ ਦੀਆਂ ਗੱਲਾਂ ਸੁਣਦੇ ਹਾਂ। ਇਹ ਕਹਿ ਕੇ ਨਰੇਟਰ ਪੌਡਕਾਸਟ ਤੇ ਇੱਕ ਆਡੀਓ ਚਲਾਉਂਦਾ ਹੈ। ਇਹ ਉਸੇ ਬਹਿਸ ਦੀ ਰਿਕਾਰਡਿੰਗ ਸੀ ਜਿਹੜੀ ਜਸਟਿਨ ਅਤੇ ਕੈਪਟਨ ਵਿਚਕਾਰ ਕੁਝ ਸਮਾਂ ਪਹਿਲਾਂ ਹੋਈ ਸੀ। ਤੇ ਹੁਣ ਜਸਟਿਨ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਪੌਡਕਾਸਟ 'ਚ ਜੋ ਕਿਹਾ ਜਾ ਰਿਹਾ ਹੈ ਉਹ ਸੱਚ ਹੋਣ ਵਾਲਾ ਹੈ। ਇਹ ਫਲਾਈਟ ਡੁੱਬਣ ਵਾਲੀ ਹੈ। ਉਹ ਸਿੱਧਾ ਕੈਪਟਨ ਕੋਲ ਜਾ ਕੇ ਕਹਿੰਦਾ ਹੈ ਕਿ 14 ਮਿੰਟ ਬਾਅਦ ਜੋ ਤੁਸੀਂ ਯਾਤਰੀ ਨੂੰ ਕਹਿਣ ਵਾਲੇ ਹੋ ਗੁੱਡ ਨਾਈਟ ਨਿਊਯਾਰਕ, ਉਹ ਨਾ ਕਹੋ ਪਲੀਜ਼।
ਕਿਉਂਕਿ ਜੇ ਤੁਸੀਂ ਇਹ ਬੋਲ ਦਿੱਤਾ ਤਾਂ ਇਹ ਤੁਹਾਡੇ ਆਖਰੀ ਸ਼ਬਦ ਹੋਣਗੇ, ਕਿਉਂਕਿ ਉਸ ਤੋਂ ਬਾਅਦ ਨਾ ਤੁਸੀਂ ਬਚੋਗੇ ਤੇ ਨਾ ਯਾਤਰੀ। ਉਸੇ ਦੌਰਾਨ ਹੁੱਡੀ ਵਾਲੀ ਔਰਤ ਜਸਟਿਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕਿਉਂਕਿ ਉਸਨੇ ਕੈਪਟਨ ਨੂੰ ਧਮਕੀ ਦਿੱਤੀ ਸੀ। ਉਹੀ ਇਸ ਫਲਾਈਟ ਦੀ 에ਅਰ ਮਾਰਸ਼ਲ ਸੀ। ਉਸ ਦਾ ਨਾਮ ਹੈ ਅਲੀਸਾ। ਉਹ ਜਸਟਿਨ ਨੂੰ ਕਹਿੰਦੀ ਹੈ ਕਿ ਫਲਾਈਟ ਲੈਂਡ ਹੋਣ ਤੇ ਤੈਨੂੰ ਮੈਡੀਕਲ ਹੈਲਪ ਦਿੱਤੀ ਜਾਏਗੀ ਤੇ ਤੈਨੂੰ 에ਅਰਪੋਰਟ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਏਗਾ। ਜਸਟਿਨ ਉਸ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਪ੍ਰੂਫ ਹੈ, ਜੇ ਤੁਸੀਂ ਇਸ ਪੋਡਕਾਸਟ ਨੂੰ ਸੁਣੋਗੇ ਤਾਂ ਸਾਰਾ ਕੁਝ ਕਲੀਅਰ ਹੋ ਜਾਏਗਾ। ਤੇ ਹੁਣ ਕੈਪਟਨ, ਅਲੀਸਾ ਤੇ ਕੈਬਨ ਕਰੂ ਸਾਰੇ ਅਲੱਗ ਬੈਠ ਕੇ ਇੱਕ ਸੀਰੀਅਸ ਡਿਸਕਸ ਕਰਦੇ ਨੇ। ਇਸੇ ਦੌਰਾਨ ਜਸਟਿਨ ਫਿਰ ਉਸ ਪੋਡਕਾਸਟ ਨੂੰ ਸੁਣਨ ਲੱਗ ਜਾਂਦਾ ਹੈ। ਨਰੇਟਰ ਦੱਸਦਾ ਹੈ ਕਿ 10:15 ਤੇ ਫਲਾਈਟ ਰਡਾਰ ਤੋਂ ਗਾਇਬ ਹੋ ਗਈ ਸੀ, ਪਰ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਸੀ ਕਿ ਉਹਨਾਂ ਨਾਲ ਕੀ ਹੋਣ ਵਾਲਾ ਸੀ। ਪਰ ਜੇ ਪਤਾ ਹੁੰਦਾ ਤਾਂ ਸ਼ਾਇਦ ਉਹ ਬਚਣ ਦੀ ਕੋਸ਼ਿਸ਼ ਕਰਦੇ। ਵਕਤ ਬੀਤਦਾ ਜਾਂਦਾ ਹੈ। ਹੁਣ 11:15 ਹੋਣ 'ਚ ਸਿਰਫ 2 ਹੀ ਮਿੰਟ ਰਹਿ ਗਏ ਸੀ ਤੇ ਉਸੇ ਦੌਰਾਨ ਜੋਏ ਜਸਟਿਨ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਤੇਰੀ ਗੱਲ ਤੇ ਭਰੋਸਾ ਹੈ। ਇਸ ਨਾਲ ਜਸਟਿਨ ਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਆਖਰ ਕੋਈ ਤਾਂ ਹੈ ਜਿਹੜਾ ਉਸ ਦੀ ਗੱਲ ਨੂੰ ਸਮਝਦਾ ਹੈ। ਉਹ ਕਹਿੰਦਾ ਹੈ ਕਿ ਮੈਂ ਇੱਕ ਤਜਰਬੇਕਾਰ ਪਾਇਲਟ ਹਾਂ। 30,000 ਫੁੱਟ ਤੇ ਉੜਨਾ ਇਸ ਫਲਾਈਟ ਲਈ ਕੋਈ ਨਾਰਮਲ ਗੱਲ ਨਹੀਂ। ਇਸ ਉਚਾਈ ਤੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਬਾਹਰ ਬਾਰਿਸ਼ ਤੇ ਬਿਜਲੀ ਦੀ ਕੜਕੜਾਹਟ ਬਹੁਤ ਜ਼ਿਆਦਾ ਹੈ। ਤਾਂ ਸੇਫਟੀ ਦਾ ਇੰਤਜ਼ਾਮ ਕਰਨ 'ਚ ਫਿਰ ਹਰਜ ਹੀ ਕੀ ਹੈ। ਤੇ ਫਿਰ ਜਸਟਿਨ ਨੂੰ ਇੱਕ ਆਈਡੀਆ ਆਉਂਦਾ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਖੁਦ ਇੱਕ ਪਾਇਲਟ ਹੈ, ਕੀ ਤੂੰ ਇਸ ਫਲਾਈਟ ਨੂੰ ਕੈਨੇਡਾ 에ਅਰਪੋਰਟ ਤੇ ਉਤਾਰ ਸਕਦਾ ਹੈ? ਉਹ ਕਹਿੰਦਾ ਹੈ ਕਿ ਹਾਂ, ਮੈਂ ਇਹ ਕਰ ਸਕਦਾ ਹਾਂ, ਪਰ ਇੱਕ ਪ੍ਰੋਬਲਮ ਹੈ। ਪਾਇਲਟ ਕੈਬਨ ਨੂੰ ਖੋਲ੍ਹਣ ਲਈ ਇੱਕ ਐਕਸੈਸ ਕੋਡ ਹੁੰਦਾ ਹੈ। ਉਹ ਹਰ ਇੱਕ ਟੇਕ ਆਫ ਤੋਂ ਬਾਅਦ ਚੇਂਜ ਹੋ ਜਾਂਦਾ ਹੈ। ਉਸ ਤੋਂ ਬਿਨਾਂ ਮੈਂ ਪਾਇਲਟ ਕੈਬਨ 'ਚ ਐਂਟਰ ਨਹੀਂ ਕਰ ਸਕਦਾ। ਤੇ ਫਿਰ ਜਸਟਿਨ ਸੋਚਣ ਲੱਗ ਜਾਂਦਾ ਹੈ ਕਿ ਇਹ MP3 ਉਸਦੇ ਹੀ ਹੱਥ 'ਚ ਕਿਉਂ ਆਇਆ। ਫਲਾਈਟ ਨੂੰ ਬਚਾਉਣ ਦਾ ਇਸ 'ਚ ਕੋਈ ਨਾ ਕੋਈ ਕਲੂ ਤਾਂ ਜ਼ਰੂਰ ਹੋਏਗਾ। ਉਹ ਬਾਰ-ਬਾਰ MP3 ਦੀ ਡਿਸਪਲੇ ਨੂੰ ਦੇਖਦਾ ਹੈ ਤਾਂ ਉਸਦੇ ਦਿਮਾਗ 'ਚ ਆਉਂਦਾ ਹੈ ਕਿ ਫਲਾਈਟ ਦਾ ਨੰਬਰ, ਫਲਾਈਟ ਦਾ ਟੇਕ ਆਫ ਟਾਈਮ ਤੇ ਅੱਜ ਦੀ ਤਰੀਕ ਸਾਰੇ 10:15 ਨੇ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਇਸ ਦਾ ਐਕਸੈਸ ਕੋਡ ਜ਼ਰੂਰ 10:15 ਹੀ ਹੋਏਗਾ। ਹੁਣ ਉਹ ਦੋਨੋਂ ਇਸ ਫਲਾਈਟ ਨੂੰ ਟੇਕ ਓਵਰ ਕਰਨ ਦਾ ਫੈਸਲਾ ਕਰਦੇ ਨੇ। ਜੋਏ ਉਸ ਨੂੰ ਕਹਿੰਦਾ ਹੈ ਕਿ ਜੇਕਰ ਇਹ ਕੋਡ ਕੰਮ ਕਰ ਗਿਆ ਤਾਂ ਮੈਂ ਕੈਬਨ 'ਚ ਐਂਟਰ ਕਰੂੰਗਾ ਤੇ ਫਲਾਈਟ ਦੇ ਅੰਦਰ ਦਾ ਆਕਸੀਜਨ ਪ੍ਰੈਸ਼ਰ ਘੱਟ ਕਰ ਦੂੰਗਾ ਤੇ ਸਾਰੇ ਲੋਕ ਸੋ ਜਾਣਗੇ ਤੇ ਬੇਮਤਲਬ ਦਾ ਹੰਗਾਮਾ ਨਹੀਂ ਹੋਏਗਾ। ਤੂੰ ਇਸ ਆਕਸੀਜਨ ਟੈਂਕ ਦੇ ਜ਼ਰੀਏ ਸਾਹ ਲੈ ਲਈ ਤੇ ਅਲਰਟ ਰਹੀਂ। ਆਪਾਂ ਦੋਨੋਂ ਮਿਲ ਕੇ ਇਸ ਫਲਾਈਟ ਨੂੰ ਬਚਾ ਕੇ ਕੈਨੇਡਾ 에ਅਰਪੋਰਟ ਤੇ ਲੈਂਡ ਕਰਾਂਗੇ। ਇਸ ਨੂੰ ਗਾਇਬ ਨਹੀਂ ਹੋਣ ਦੇਵਾਂਗੇ। ਤੇ ਹੁਣ ਜਸਟਿਨ ਦੀ ਜਾਨ 'ਚ ਜਾਨ ਆਉਂਦੀ ਹੈ ਕਿ ਉਸ ਨੂੰ ਆਪਣੇ ਮਿਸ਼ਨ ਲਈ ਇੱਕ ਸਾਥੀ ਮਿਲ ਗਿਆ ਹੈ। ਕੈਪਟਨ ਤੇ ਅਲੀਸਾ ਫਲਾਈਟ ਦੀ ਬੈਕ ਸਾਈਡ 'ਚ ਸਥਿਤੀ ਨੂੰ ਹੈਂਡਲ ਕਰਨ ਬਾਰੇ ਡਿਸਕਸ ਕਰ ਰਹੇ ਹੁੰਦੇ ਨੇ ਤੇ ਜੋਏ ਪਾਇਲਟ ਕੈਬਨ ਡੋਰ ਤੇ 10:15 ਕੋਡ ਭਰਦਾ ਹੈ ਤੇ ਡੋਰ ਓਪਨ ਹੋ ਜਾਂਦਾ ਹੈ। ਮਤਲਬ ਜਸਟਿਨ ਦਾ ਕੋਡ ਸਹੀ ਸੀ। ਜੋਏ ਅੰਦਰ ਜਾਂਦਾ ਹੈ ਪਰ ਕੋ ਪਾਇਲਟ ਉਸ ਨੂੰ ਬਾਹਰ ਜਾਣ ਲਈ ਕਹਿੰਦਾ ਹੈ। ਬਾਹਰ ਦੇ ਸਾਰੇ ਪੈਸੇਂਜਰ ਦੇਖਦੇ ਨੇ ਕਿ ਜੋਏ ਉਸ ਪਾਇਲਟ ਨੂੰ ਬਹੁਤ ਮਾਰ ਰਿਹਾ ਹੁੰਦਾ ਹੈ। ਸਾਰੇ ਯਾਤਰੀ ਹੱਲਾ ਮਚਾਉਣ ਲੱਗ ਜਾਂਦੇ ਨੇ। ਅਲੀਸਾ ਤੇ ਕੈਪਟਨ ਆਉਂਦੇ ਨੇ, ਜ਼ੋਰ ਨਾਲ ਕੈਬਨ ਦੇ ਡੋਰ ਨੂੰ ਖੜਕਾਉਣ ਲੱਗ ਜਾਂਦੇ ਨੇ। ਫਲਾਈਟ 'ਚ ਹਲਚਲ ਮਚ ਜਾਂਦੀ ਹੈ ਪਰ 11:15 ਹੋਣ 'ਚ ਸਿਰਫ 1 ਹੀ ਮਿੰਟ ਬਚਿਆ ਸੀ। ਜਸਟਿਨ ਨੂੰ ਵਿਸ਼ਵਾਸ ਸੀ ਕਿ 1 ਮਿੰਟ 'ਚ ਹੁਣ ਸਾਰਿਆਂ ਦੀ ਕਿਸਮਤ ਬਦਲ ਜਾਏਗੀ। ਜੋਏ ਕਿਸੇ ਨਾ ਕਿਸੇ ਤਰ੍ਹਾਂ ਫਲਾਈਟ ਕੈਨੇਡਾ 에ਅਰਪੋਰਟ ਤੇ ਲੈਂਡ ਕਰ ਹੀ ਦੇਵੇਗਾ। ਪਰ ਉਸੇ ਦੌਰਾਨ ਡਿਸਪਲੇ ਤੇ ਯਾਤਰੀਆਂ ਨੂੰ ਜੋ ਦਿਖਦਾ ਹੈ ਉਸ ਨੂੰ ਦੇਖ ਕੇ ਆਪਾਂ ਨੂੰ ਹੀ ਨਹੀਂ ਬਲਕਿ ਜਸਟਿਨ ਨੂੰ ਵੀ ਬਹੁਤ ਸ਼ੌਕ ਲੱਗਦਾ ਹੈ। ਪਾਇਲਟ ਸੀਟ ਤੇ ਬੈਠ ਕੇ ਜੋਏ ਦਾ ਵਰਤਾਵ ਇੱਕਦਮ ਬਦਲ ਜਾਂਦਾ ਹੈ। ਉਹ ਅਨਾਉਂਸ ਕਰਦਾ ਹੈ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ, ਮੈਂ ਬਿਨਾਂ ਕਿਸੇ ਦਰਦ ਦੇ ਤੁਹਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ 'ਚ ਉਤਾਰਨ ਵਾਲਾ ਹਾਂ। ਜਸਟਿਨ ਦੇ ਸਮਝ 'ਚ ਨਹੀਂ ਆਉਂਦਾ ਕਿ ਜੋਏ ਐਵੇਂ ਕਿਉਂ ਕਰ ਰਿਹਾ ਹੈ ਤੇ ਫਿਰ ਰਿਵੀਲ ਹੁੰਦਾ ਹੈ ਕਿ ਜੋਏ ਇਸੇ 에ਅਰਲਾਈਨ ਦਾ ਪਾਇਲਟ ਸੀ। ਬਹੁਤ ਜ਼ਿਆਦਾ ਸ਼ਰਾਬੀ ਹੋਣ ਕਰਕੇ 에ਅਰਲਾਈਨ ਨੇ ਉਸ ਨੂੰ ਟਰਮੀਨੇਟ ਕਰ ਦਿੱਤਾ ਸੀ ਤੇ ਉਸ ਦਾ ਲਾਇਸੈਂਸ ਵੀ ਕੈਂਸਲ ਕਰ ਦਿੱਤਾ ਸੀ ਤੇ ਅੱਜ ਉਹ ਉਸੇ ਗੱਲ ਦਾ ਬਦਲਾ ਲੈ ਰਿਹਾ ਹੈ। ਜੇ ਫਲਾਈਟ ਦਾ ਐਕਸੀਡੈਂਟ ਹੋ ਜਾਏਗਾ ਤਾਂ 에ਅਰਲਾਈਨ ਦੀ ਰੈਪੂਟੇਸ਼ਨ ਮਿੱਟੀ 'ਚ ਮਿਲ ਜਾਏਗੀ ਤੇ ਜੋਏ ਇਹੀ ਚਾਹੁੰਦਾ ਸੀ। ਹਾਲਾਂਕਿ ਉਹ ਖੁਦ ਵੀ ਮਰ ਜਾਂਦਾ ਪਰ ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਤੇ ਹੁਣ ਉਹ ਫਲਾਈਟ ਦਾ ਇੰਜਣ ਬੰਦ ਕਰਕੇ ਕਹਿੰਦਾ ਹੈ ਕਿ ਗੁੱਡ ਨਾਈਟ ਨਿਊਯਾਰਕ ਤੇ ਫਿਰ ਫਲਾਈਟ ਨੀਚੇ ਸਮੁੰਦਰ ਵੱਲ ਗਿਰਨ ਲੱਗ ਜਾਂਦੀ ਹੈ। ਜਸਟਿਨ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਉਹ ਖੁਦ ਇਸ ਫਲਾਈਟ ਐਕਸੀਡੈਂਟ ਦਾ ਕਾਰਨ ਬਣ ਗਿਆ। ਅਗਲੇ ਸੀਨ 'ਚ ਦਿਖਾਇਆ ਜਾਂਦਾ ਹੈ ਕਿ ਜਸਟਿਨ ਇੱਕ ਆਈਲੈਂਡ ਤੇ ਪਿਆ ਹੈ ਤੇ ਆਸ-ਪਾਸ ਫਲਾਈਟ ਦੇ ਟੁੱਟੇ ਹੋਏ ਟੁਕੜੇ ਪਏ ਨੇ ਤੇ ਉਸੇ ਦੌਰਾਨ ਉਸ ਦੀ ਨਜ਼ਰ ਉਸੇ MP3 ਤੇ ਪੈਂਦੀ ਹੈ। ਪੌਡਕਾਸਟ ਖਤਮ ਨਹੀਂ ਹੋਇਆ ਹੁੰਦਾ ਤੇ ਉਹ ਤੁਰੰਤ ਉਸ ਨੂੰ ਚੱਕ ਕੇ ਸੁਣਨ ਲੱਗਦਾ ਹੈ। ਨਰੇਟਰ ਦੱਸਦਾ ਹੈ ਕਿ ਉਸ ਤੋਂ ਬਾਅਦ ਫਲਾਈਟ 10:15 ਗਾਇਬ ਹੋ ਗਈ। ਰੈਸਕਿਊ ਟੀਮ ਨੇ ਕਈ ਮਹੀਨਿਆਂ ਤੱਕ ਫਲਾਈਟ ਨੂੰ ਲੱਭਿਆ ਤੇ ਉਹਨਾਂ ਨੂੰ ਫਲਾਈਟ 10:15 ਦੇ ਸਾਰੇ ਮੈਂਬਰ ਜਿੰਦਾ ਮਿਲ ਗਏ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਸਰਵਾਈਵ ਕਰ ਰਹੇ ਸੀ। ਪਰ ਇੱਕ ਪੈਸੇਂਜਰ ਉੱਥੇ ਨਹੀਂ ਮਿਲਿਆ ਜਿਸ ਦਾ ਨਾਮ ਸੀ ਜਸਟਿਨ ਸੈਂਡਰਸਨ ਤੇ ਅੱਜ ਤੱਕ ਜਸਟਿਨ ਮਿਸਿੰਗ ਹੈ ਤੇ ਇਸ ਦੇ ਨਾਲ ਹੀ ਪੌਡਕਾਸਟ ਇੱਥੇ ਹੀ ਖਤਮ ਹੋ ਜਾਂਦਾ ਹੈ।
ਜਸਟਿਨ ਕਨਫਿਊਜ਼ ਹੋ ਜਾਂਦਾ ਹੈ ਕਿ ਇਹ ਆਖਰ ਕੀ ਮਜ਼ਾਕ ਹੈ। ਸਾਰੇ ਬਚ ਗਏ ਤਾਂ ਸਿਰਫ ਮੈਂ ਮਿਸਿੰਗ ਕਿਵੇਂ ਹੋ ਗਿਆ? ਕਿ ਫਲਾਈਟ ਦੇ ਸਾਰੇ ਮੈਂਬਰ ਚੱਲ ਕੇ ਉਸਦੇ ਕੋਲ ਆ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਸਿਰਫ ਤੇਰੇ ਕਰਕੇ ਫਲਾਈਟ ਦਾ ਐਕਸੀਡੈਂਟ ਹੋ ਗਿਆ। ਜਸਟਿਨ ਉਹਨਾਂ ਨੂੰ ਤਰਲੇ ਪਾਉਂਦਾ ਹੈ ਕਿ ਮੈਂ ਤਾਂ ਸਿਰਫ ਫਲਾਈਟ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਾਰੇ ਯਾਤਰੀ ਉਸ ਨੂੰ ਮਾਰ-ਮਾਰ ਕੇ ਉਸ ਨੂੰ ਜਾਨੋਂ ਹੀ ਮਾਰ ਦਿੰਦੇ ਨੇ। ਅਸਲ 'ਚ ਜਸਟਿਨ ਮਿਸਿੰਗ ਨਹੀਂ ਹੋਇਆ ਸੀ, ਬਲਕਿ ਮਾਰ ਦਿੱਤਾ ਗਿਆ ਸੀ ਤੇ ਇਸੇ ਕਰਕੇ ਰੈਸਕਿਊ ਟੀਮ ਨੂੰ ਜਸਟਿਨ ਨਹੀਂ ਮਿਲਿਆ ਤੇ ਉਹਨਾਂ ਨੇ ਜਸਟਿਨ ਨੂੰ ਮਿਸਿੰਗ ਦੱਸ ਦਿੱਤਾ। ਤੇ ਆਖਰ 'ਚ ਉਸ MP3 ਨੂੰ ਇਸ ਕਹਾਣੀ ਦਾ ਰਾਈਟਰ ਚੁੱਕਦਾ ਹੈ ਤੇ ਉਹ ਆਡੀਅנס ਨੂੰ ਦੱਸਦਾ ਹੈ ਕਿ ਸ਼ਾਇਦ ਇਹ ਜਸਟਿਨ ਦਾ ਇੱਕ ਭਰਮ ਸੀ ਜਿਹੜਾ ਉਸ ਨੂੰ ਸਤਰਕ ਰਹਿਣ ਲਈ ਮਜਬੂਰ ਕਰ ਰਿਹਾ ਸੀ। ਇਹੀ ਕਾਰਨ ਸੀ ਕਿ ਉਸ ਨੂੰ MP3 'ਚ ਐਸਾ ਪੋਡਕਾਸਟ ਸੁਣਾਈ ਦਿੱਤਾ, ਹਾਲਾਂਕਿ ਉਸ ਪੋਡਕਾਸਟ ਨੂੰ ਕਿਸੇ ਹੋਰ ਨੇ ਨਹੀਂ ਸੁਣਿਆ ਸੀ। ਉਸਨੇ ਫਲਾਈਟ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਉਹ ਹੀ ਇਸ ਐਕਸੀਡੈਂਟ ਦਾ ਕਾਰਨ ਹੈ। ਹੋ ਸਕਦਾ ਹੈ ਕਿ ਇਹ ਪੋਡਕਾਸਟ ਜਸਟਿਨ ਦਾ ਸਿਰਫ ਇੱਕ ਭਰਮ ਸੀ, ਪਰ ਉਸ ਪੋਡਕਾਸਟ 'ਚ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਸੱਚ ਦੱਸਿਆ ਹੋਇਆ ਸੀ। ਕੀ ਪਤਾ ਇਹ ਜਸਟਿਨ ਦਾ ਕੋਈ ਭਰਮ ਨਹੀਂ ਬਲਕਿ ਸੱਚ ਹੀ ਹੋਵੇ। ਇਨ੍ਹਾਂ ਹੀ ਸਵਾਲਾਂ ਨਾਲ ਇਹ ਮੂਵੀ ਇੱਥੇ ਹੀ ਖਤਮ ਹੋ ਜਾਂਦੀ ਹੈ। ਸੋ ਦੋਸਤੋ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਕਿ ਤੁਸੀਂ ਅੱਗੇ ਕਿਸ ਮੂਵੀ ਦੀ ਐਕਸਪਲੇਨੇਸ਼ਨ ਚਾਹੁੰਦੇ ਹੋ। ਧੰਨਵਾਦ।